पंजाब सवेरा ਦੇ ਸਾਰੇ ਦਰਸ਼ਕਾਂ ਦਾ ਇੱਕ ਵਾਰ ਅਸੀਂ ਫਿਰ ਸਵਾਗਤ ਕਰਦੇ ਹਾਂ ਤੇ ਅੱਜ ਪ੍ਰੈਸ ਕਲੱਬ ਜਲੰਧਰ ਵਿਖੇ ਇੱਕ ਪ੍ਰੈਸ ਕਾਨਫਰੰਸ ਦੇ ਵਿੱਚ ਬਹੁਤ ਵੱਡੇ ਖੁਲਾਸੇ ਕੀਤੇ ਗਏ ਨੇ ਤੇ ਨਾਲ ਉਹਨਾਂ ਨੇ ਇੱਕ ਆਸ ਜ਼ਾਹਿਰ ਕੀਤੀ ਹੈ ਪੰਜਾਬ ਦੇ ਨਵ ਨਿਯੁਕਤ ਮੁੱਖ ਮੰਤਰੀ ਸਰਦਾਰ ਚਰਨਜੀਤ ਸਿੰਘ ਚੰਨੀ ਤੋਂ। ਤੇ ਆਓ ਦੇਖਦੇ ਹਾਂ ਅਸੀਂ ਅੱਜ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਕੀ ਖੁਲਾਸੇ ਕੀਤੇ ਗਏ ਨੇ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੈਂ ਜਗਤਾਰ ਸਿੰਘ ਸੰਘੇੜਾ ਪ੍ਰਧਾਨ सूबा प्रधान हाँ। मैं इंटलैक्चुअल विंग का आम आदमी पार्टी का तो स्पोक्समैन है। तो मेरे नाल अज राजविंदर कौर जी साडे विमेन विंग के आम आदमी पार्टी के सूबा प्रधान ने, सरदार शिवदयाल सिंह माली जी ये साडे स्टेट स्पोक्समैन ने ते सीनियर मीत प्रधान ने SC विंग के सूबे के। ते नाल मेरे श्री प्रभाकर जी ने साडे इंटलैक्चुअल विंग के सीनियर आगू ने, डिस्ट्रिक्ट प्रेजिडेंट ने परमजीत सिंह जी, मैडम सुनीता जी ये भी साडे इंटलैक्चुअल विंग के अहुदेदार ने। तो सन्नी तरनदीप सिंह सन्नी जी इन्होंने तुसीं सारे जानते ही हो, ये तुहाडे नाल कोआर्डीनेट करते हैं साडे पुराने सीनियर यूथ आगू। अज की जिहड़ी प्रैस कानफ्रेंस है वो पैडी की मार्केटिंग बारे, झोने की मंडीकरण बारे ਜਿਹੜੇ ਇਹਦੇ ਬਾਰੇ ਅਸੀਂ ਮੁੱਖ ਤੌਰ ਤੇ ਰੱਖਾਂਗੇ। ਆਮ ਆਦਮੀ ਪਾਰਟੀ ਨੇ ਅੱਜ ਸਾਰੇ ਵਲੰਟੀਅਰਸ ਨੂੰ, ਆਗੂਆਂ ਨੂੰ, ਸਾਰੇ ਵਰਕਰਾਂ ਨੂੰ ਇਹ ਹਦਾਇਤ ਕੀਤੀ ਸੀਗੀ ਕਿ ਵੱਖ-ਵੱਖ ਥਾਵਾਂ ਤੇ ਜਾਓ, ਖਾਸ ਕਰਕੇ ਹੈੱਡਕੁਆਟਰ ਦੀਆਂ ਮੰਡੀਆਂ ਵਿੱਚ ਤੇ ਕਿਸਾਨਾਂ ਨਾਲ ਰਾਬਤਾ ਕਾਇਮ ਕਰੋ। ਮੰਡੀਆਂ 'ਚ ਦੇਖੋ ਜਾ ਕੇ ਕਿਹੜੀਆਂ ਸੁਵਿਧਾਵਾਂ ਹੈਗੀਆਂ, ਕਿਹੜੀਆਂ ਨਹੀਂ ਹੈਗੀਆਂ, ਖਰੀਦ ਦੀ ਕੀ ਸਪੀਡ ਚੱਲ ਰਹੀ ਆ, ਕੀ ਪ੍ਰਬੰਧ ਨੇ, ਕਿਸਾਨਾਂ ਦੀ ਲੁੱਟ-ਖਸੁੱਟ ਤਾਂ ਨਹੀਂ ਹੋ ਰਹੀ ਤੇ ਉਹਨਾਂ ਦਾ ਹੱਲ ਕਿਸ ਤਰ੍ਹਾਂ ਕਰਨਾ ਆ। ਜੇ ਅਸੀਂ ਉੱਥੇ ਹੀ ਲੋਕਲ ਅਫਸਰਾਂ ਨੂੰ ਮਿਲ ਕੇ ਕੋਈ ਹੱਲ ਕਰਾ ਸਕਦੇ ਹਾਂ ਉਹ ਕਰਾਇਆ ਜਾਵੇਗਾ, ਨਹੀਂ ਤਾਂ ਮੇਰੇ ਵਰਗਾ ਕੋਈ ਸੂਬੇ ਤੋਂ ਆਇਆ ਜਾਂ ਕੋਈ ਹੋਰ ਜਿਹੜੇ ਹੈਗੇ ਆ ਉਹ ਜਾ ਕੇ ਸਿੱਧਾ ਸਰਕਾਰ ਨਾਲ ਮੱਥਾ ਲਾਉਣਗੇ, ਇਹਨਾਂ ਚੀਜ਼ਾਂ ਦਾ ਹੱਲ ਲੱਭਣਗੇ। ਅਤੇ ਜੇ ਫਿਰ ਨਹੀਂ ਸਰਕਾਰ ਹੱਲ ਕਰਦੀ ਤਾਂ ਫਿਰ ਅਸੀਂ ਵੱਡੇ ਪੱਧਰ 'ਤੇ ਕੁਛ ਹੋਰ ਹੱਲ ਸੋਚਾਂਗੇ ਤਾਂ ਕਿ ਸਰਕਾਰ ਦੀ ਜਿਹੜੀ ਆ ਇਹ ਅਣਗਹਿਲੀ ਜਿਹੜੀ ਆ ਸਰਕਾਰ ਨੂੰ ਜਗਾਇਆ ਜਾਵੇ। ਬਹੁਤ ਅਨਫੋਰਚੂਨੇਟ ਗੱਲ ਹੈ, ਤੁਸੀਂ ਸਾਰੇ ਆਪਾਂ ਦੇਖਦੇ ਹੀ ਹਾਂ ਕਿ ਕਾਂਗਰਸ ਸਰਕਾਰ ਕਾਫੀ ਸਮੇਂ ਤੋਂ ਆਪਣਾ ਘਰੇਲੂ ਕਲੇਸ਼ ਜਿਹੜਾ ਆ, ਕੁਰਸੀ ਦਾ ਕਲੇਸ਼ ਜਿਹੜਾ ਉਹਨੂੰ ਨਿਪਟਾਉਣ 'ਚ ਲੱਗੀ ਹੋਈ ਹੈ। ਭਾਵੇਂ ਉਹਨੂੰ ਨਾਂ ਤਾਂ ਹੋਰ ਕੁਛ ਦਿੰਦੇ ਆ, ਜਿਸ ਤਰ੍ਹਾਂ ਪਹਿਲਾਂ ਮਾਫੀਆ ਰਾਜ ਚੱਲਦਾ ਰਿਹਾ, ਉਸ ਤੋਂ ਬਾਅਦ ਸਾਰਾ ਰੱਜ ਕੇ ਕਰਪਸ਼ਨ ਹੋਈ ਆ, 3 ਲੱਖ ਕਰੋੜ ਤੱਕ ਕਰਜ਼ਾ ਪੰਜਾਬ ਦਾ ਪਹੁੰਚ ਚੁੱਕਿਆ ਆ। ਅਤੇ ਮੁੱਖ ਮੰਤਰੀ ਬਦਲ ਕੇ ਅਤੇ ਇੱਕ ਹੋਰ ਮੁੱਖ ਮੰਤਰੀ ਲਗਾ ਕੇ ਇਹ ਇੰਪਰੈਸ਼ਨ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਸਰਕਾਰ ਨੇ ਬੜਾ ਐਫੀਸ਼ੀਐਂਟ ਹੋ ਜਾਣਾ ਹੈ, ਬਟ ਉਹ ਹੋਈ ਨਹੀਂ ਹੈ। ਸਿਰਫ ਲਾਰੇ ਲਾਏ ਜਾ ਰਹੇ ਆ, ਐਲਾਨ ਕੀਤੇ ਜਾ ਰਹੇ ਆ। ਸੋ ਅੱਜ ਅਸੀਂ ਜਦੋਂ ਮੰਡੀਆਂ 'ਚ ਗਏ ਹਾਂ ਤਾਂ ਅਸੀਂ ਉਹਦੇ ਵਿੱਚ ਕੀ ਦੇਖਿਆ ਹੈਗਾ ਆ ਕਿ ਝੋਨੇ ਦੀ ਬਹੁਤ ਥਾਵਾਂ 'ਤੇ ਜਿਹੜੀ ਖਰੀਦ ਬੜੀ ਸੁਸਤ ਰਫਤਾਰ ਨਾਲ ਹੋ ਰਹੀ ਹੈ। ਇਹ ਤਾਂ ਆਪਾਂ ਨੂੰ ਪਹਿਲਾਂ ਹੀ ਪਤਾ ਹੈ ਕਿ ਝੋਨੇ ਦੇ 60-65 ਕਿਲੋ ਜਿਹੜਾ ਉਨਾ ਭਾਰ ਘੇਰ ਲੈਂਦਾ, ਉਨੀ ਜਗ੍ਹਾ ਘੇਰ ਲੈਂਦਾ ਆ ਜਿੰਨੀ ਕਣਕ ਦੀ 95 ਕਿਲੋ ਜਾਂ 1 ਕੁਇੰਟਲ ਜਿਹੜੀ ਆ ਕਣਕ ਜਗ੍ਹਾ ਘੇਰਦੀ ਹੈ। ਮੋਇਸਚਰ ਦੀ ਪ੍ਰੋਬਲਮ ਵੀ ਇਹਦੇ ਵਿੱਚ ਆਉਂਦੀ, ਜਗ੍ਹਾ ਦੀ ਪ੍ਰੋਬਲਮ ਤਾਂ ਪਹਿਲਾਂ ਹੀ ਹੁੰਦੀ ਹੈ, ਮੋਇਸਚਰ ਦੀ ਪ੍ਰੋਬਲਮ ਵੀ ਆਉਂਦੀ ਹੈ। ਸੋ ਆਹ ਜਿਹੜੀ 1-2 ਦਿਨ ਬਾਰਿਸ਼ ਹੋਈ ਆ ਇਹਦੇ ਨਾਲ ਬਿਲਕੁਲ ਹੀ ਖਰੀਦ ਜਿਹੜੀ ਆ ਠੱਪ ਹੋ ਕੇ ਰਹਿ ਗਈ ਆ। ਇਸੇ ਕਰਕੇ ਪਾਰਟੀ ਵੱਲੋਂ ਹਦਾਇਤਾਂ ਕੀਤੀਆਂ ਗਈਆਂ ਸੀਗੀਆਂ ਪੰਜਾਬ ਪੱਧਰ 'ਤੇ। ਅਤੇ ਉਹਦੇ ਦੌਰਾਨ ਜੋ ਕੁਛ ਅਸੀਂ ਦੇਖਿਆ ਆ ਉਹਦੇ ਵਿੱਚ ਇਹ ਆ ਕਿ ਖਰੀਦ ਪਿਛਲੇ ਸਾਲ ਨਾਲੋਂ ਵੀ ਬਹੁਤ ਸੁਸਤ ਰਫਤਾਰ ਕੀਤੀ ਜਾ ਰਹੀ ਆ। ਪਤਾ ਨਹੀਂ ਤਾਂ ਇਹ ਸਰਕਾਰ ਦੀ ਜਿਹੜੀ ਆ ਸੋਚੀ ਸਮਝੀ ਸਾਜ਼ਿਸ਼ ਹੈ ਕਿ ਪੰਜਾਬ ਨੂੰ ਖਰਾਬ ਕਰਨ ਦੀ। ਜਿਸ ਤਰ੍ਹਾਂ ਤੁਹਾਨੂੰ ਪਤਾ ਹੀ ਆ ਕੇਂਦਰ ਸਰਕਾਰ ਪਹਿਲਾਂ ਤੋਂ 3 ਕਾਲੇ ਕਾਨੂੰਨ ਪਾਸ ਕੀਤੇ ਆ, ਹਰ ਇੱਕ ਤਰੀਕੇ ਨਾਲ ਪੰਜਾਬ ਨੂੰ ਆਰਥਿਕ ਤੌਰ 'ਤੇ ਸੱਟ ਮਾਰਨ ਦੀ ਕੋਸ਼ਿਸ਼ ਕੀਤੀ ਜਾਂਦੀ ਰਹੀ ਆ। ਜਦੋਂ ਕਿਸਾਨਾਂ ਨੇ ਪੈਸੰਜਰ ਗੱਡੀਆਂ ਨੂੰ ਰੋਕੀ ਰੱਖਿਆ ਸੀਗਾ ਅਤੇ ਮਾਲ ਗੱਡੀਆਂ ਖੋਲ੍ਹ ਦਿੱਤੀਆਂ ਸੀਗੀਆਂ ਅਤੇ ਉਸ ਵੇਲੇ ਜਿੱਦ ਕੀਤੀ ਜਾ ਰਹੀ ਸੀ ਕਿ ਪੈਸੰਜਰ ਗੱਡੀਆਂ ਨੂੰ ਵੀ ਜਿੰਨੀ ਦੇਰ ਤੁਸੀਂ ਨਹੀਂ ਆਗਿਆ ਦਿੰਦੇ ਉਨੀ ਦੇਰ ਅਸੀਂ ਮਾਲ ਗੱਡੀਆਂ ਨੂੰ ਵੀ ਨਹੀਂ ਚਲਾਉਣਾ, ਉਹਦੇ ਵਿੱਚ ਖਾਦ ਵਗੈਰਾ ਜਾਂ ਹੋਰ ਚੀਜ਼ਾਂ ਨਹੀਂ ਦੇਣੀਆਂ। ਹਰ ਇੱਕ ਆਨੇ ਬਹਾਨੇ ਜਿੱਦਾਂ RDF ਰੋਕ ਲਿਆ ਸੀਗਾ, ਜਦ ਕਿ ਰੂਰਲ ਡਿਵੈਲਪਮੈਂਟ ਫੀ ਜਿਹੜੀ ਹੁੰਦੀ ਆ ਖਰੀਦ ਤੋਂ ਬਾਅਦ ਰੋਕਿਆ ਨਹੀਂ ਜਾ ਸਕਦਾ ਇਹਨੂੰ, ਉਹ ਤਾਂ ਐਕਚੁਅਲੀ ਨਾਲੋਂ ਨਾਲ ਹੀ ਅਦਾਇਗੀ ਕਰਨੀ ਦੀ, ਉਹ ਇਲੀਗਲ ਚੀਜ਼ਾਂ ਸੀਗੀਆਂ। ਹਰ ਆਨੇ ਬਹਾਨੇ ਪੰਜਾਬ ਨੂੰ, ਪੰਜਾਬ ਦੇ ਕਿਸਾਨ ਨੂੰ, ਪੰਜਾਬ ਦੇ ਲੋਕਾਂ ਨੂੰ ਇਹ ਆਰਥਿਕ ਤੌਰ 'ਤੇ ਨੁਕਸਾਨ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਮੈਂ ਮੰਡੀਆਂ 'ਚ ਜਿੱਥੇ ਕਿਤੇ ਦੇਖਿਆ ਜਾਂ ਅਸੀਂ ਆਪਣੇ ਕਲੀਗਸ ਨਾਲ ਜਿੱਥੇ ਕਿਤੇ ਗੱਲਬਾਤ ਕੀਤੀ ਆ, ਅਦਾਇਗੀ ਵਿੱਚ ਵੀ ਦੇਰੀ ਹੋ ਰਹੀ ਹੈ ਅਤੇ ਵਿਕਰੀ ਵਿੱਚ ਵੀ ਦੇਰੀ ਹੋ ਗਈ ਹੈ। ਕੁਛ ਕਿਸਾਨਾਂ ਨੇ ਮੈਨੂੰ ਦੱਸਿਆ ਹੈ ਕਿ ਅਸੀਂ 7 ਦਿਨ ਤੋਂ ਬੈਠੇ ਹਾਂ, ਸਾਡੀ ਖਰੀਦ ਨਹੀਂ ਹੋਈ। ਸਾਫ਼ ਸੁਥਰੀ ਜਿਣਸ ਸੀਗੀ, ਉਹਦੀ ਵੀ ਖਰੀਦ ਨਹੀਂ ਹੋਈ। ਸੋ ਸਾਡੀ ਆਮ ਆਦਮੀ ਪਾਰਟੀ ਵੱਲੋਂ ਅਸੀਂ ਇਹ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਇੱਕ ਦਾਣਾ ਜਿਹੜਾ ਆ ਝੋਨੇ ਦਾ ਚੱਕਿਆ ਜਾਵੇ। ਭਾਵੇਂ ਇਹ 'ਚ ਨਮੀ ਦੀ ਮਾਤਰਾ ਜਿਹੜੀ ਆ ਉਹਨੂੰ ਰਿਲੈਕਸ ਕਰਨ ਦੀ ਲੋੜ ਪੈਂਦੀ ਆ ਜਾਂ ਕੋਈ ਹੋਰ ਸਾਧਨ ਅਪਣਾਉਣੇ ਪੈਂਦੇ ਆ। ਕਿਸਾਨਾਂ ਦੇ ਵਿੱਚ ਕੋਈ ਕਸੂਰ ਨਹੀਂ ਹੈਗਾ। ਇੰਨੇ ਸਾਲ ਹੋ ਗਏ ਵਾਰੀਆਂ ਬੰਨ੍ਹ ਕੇ ਪਾਰਟੀਆਂ ਆਉਂਦੀਆਂ ਰਹੀਆਂ, ਪਰ ਕੋਈ ਪੱਕੇ ਸੁਧਾਰ ਉਸ ਲੈਵਲ ਤੱਕ ਨਹੀਂ ਹੋਏ
ਬਦਕਿਸਮਤੀ ਦੀ ਗੱਲ ਆ ਕਿ ਇੱਥੋਂ ਤੱਕ ਵੀ ਨਹੀਂ ਹੈ ਕਿ ਜਿਹੜੀ ਜਿਣਸ ਮੰਡੀ ਦੇ ਵਿੱਚ ਆ ਗਈ ਉਹ ਤਾਂ ਚਲੋ ਘੱਟੋ ਘੱਟ ਨਹੀਂ ਭੇਜਣੀ ਚਾਹੀਦੀ। ਜਿਹੜੀ ਜਿਣਸ ਪਹਿਲਾਂ ਹੀ ਖੇਤ ਦੇ ਵਿੱਚ ਆ, ਉੱਪਰੋਂ ਗੜੇ ਪੈ ਗਏ, ਬਾਰਿਸ਼ ਪੈ ਗਈ, ਜ਼ਿਆਦਾ ਹਨੇਰੀਆਂ ਚੱਲ ਗਈਆਂ, ਉਹਦੇ ਨਾਲ ਜਿਹੜਾ ਖੇਤ ਵਿੱਚ ਨੁਕਸਾਨ ਹੋ ਗਿਆ ਉਹ ਤਾਂ ਅਲੱਗ ਕੁਦਰਤੀ ਆਫਤ ਨਾਲ ਹੋ ਗਿਆ। ਪਰ ਜਿਹੜੀ ਜਿਣਸ ਮੰਡੀ ਵਿੱਚ ਆ ਗਈ, ਜਿਹੜੀ ਮੈਂ ਜ਼ਰੂਰੀ ਤੁਹਾਨੂੰ ਕਹਿਣੀ ਚਾਹੁੰਦਾ ਹਾਂ ਕਿ ਤਰਪਾਲਾਂ ਨਿਰਧਾਰਤ ਮਾਤਰਾ ਵਿੱਚ ਮੰਡੀਆਂ ਵਿੱਚ ਨਹੀਂ ਸੀਗੀਆਂ। ਜੇ ਜਿਣਸ ਉੱਚੀ ਜਗ੍ਹਾ 'ਤੇ ਹੈਗੀ ਆ, ਉਹਦੇ ਉੱਪਰ ਤਰਪਾਲ ਪੈ ਜਾਂਦੀ ਹੈ ਤਾਂ ਕਾਫੀ ਹੱਦ ਤੱਕ ਜਿਣਸ ਦਾ ਬਚਾਅ ਹੋ ਜਾਂਦਾ ਆ। ਉਹ ਬਚਾਅ ਨਹੀਂ ਕੀਤਾ ਗਿਆ, ਨਿਰਧਾਰਤ ਮਾਤਰਾ 'ਚ ਤਰਪਾਲਾਂ ਨਹੀਂ ਸੀਗੀਆਂ ਤੇ ਜਿਹੜੇ ਪ੍ਰਬੰਧ ਕਰਨੇ ਹੁੰਦੇ ਆ, ਪ੍ਰਬੰਧ ਵੀ ਬਹੁਤੀਆਂ ਥਾਵਾਂ 'ਤੇ ਨਹੀਂ ਸੀਗੇ। ਪਰ ਮੈਂ ਇੱਕ ਨੋਟਿਸ ਕੀਤਾ ਹੈ, ਕਿਉਂਕਿ ਕਿਸਾਨ ਵੱਡੀ ਲੜਾਈ ਲੜ ਰਹੇ ਆ, ਬਾਰਡਰਸ 'ਤੇ ਬੈਠੇ ਆ, ਕਿਸਾਨਾਂ ਨੂੰ ਇਸ ਵੇਲੇ ਆਪਣੀ ਜ਼ਮੀਨ ਦੀ, ਖੇਤੀ ਖੇਤਰ ਦਾ ਜ਼ਿਆਦਾ ਚਿੰਤਾ ਆ। ਜਦੋਂ ਗੱਲ ਕਰੋ ਵੀ ਤਾਂ ਗੱਲ ਉੱਧਰ ਨੂੰ ਚੱਲ ਜਾਂਦੀ ਆ। ਇਸ ਕਰਕੇ ਕਿਸਾਨ ਵੀਰ ਭਾਵੇਂ ਮੰਡੀ ਦੇ ਪ੍ਰਬੰਧਾਂ 'ਤੇ ਮੈਂ ਦੇਖਿਆ ਬਹੁਤਾ ਨਹੀਂ ਸੀ ਸ਼ਿਕਾਇਤ ਕਰ ਰਹੇ, ਕਿਉਂਕਿ ਵੱਡੀ ਲੜਾਈ ਲੜ ਰਹੇ ਨੇ, ਪਰ ਪ੍ਰਬੰਧ ਵੀ ਸਰਕਾਰ ਆਪਣਾ ਹੱਥ ਹੌਲੀ ਹੌਲੀ ਪਿੱਛੇ ਨੂੰ ਖਿੱਚ ਰਹੀ ਆ, ਉਸ ਹਿਸਾਬ ਨਾਲ ਪ੍ਰਬੰਧ ਨਹੀਂ ਸੀਗੇ। ਤੇ ਇਸ ਕਰਕੇ ਸਾਡੀ ਇਹ ਇੱਕ ਜ਼ੋਰਦਾਰ ਮੰਗ ਹੈ ਚੰਨੀ ਸਰਕਾਰ ਤੋਂ ਕਿ ਤੁਰੰਤ ਜਿਹੜੀ ਆ ਖਰੀਦ ਤੇਜ਼ ਕੀਤੀ ਜਾਵੇ। ਜਿੱਥੇ ਕੋਈ ਮੋਇਸਚਰ ਕੰਟੈਂਟ ਦੀ ਪ੍ਰੋਬਲਮ ਹੈ ਜਾਂ ਕੋਈ ਹੋਰ ਹੈ, ਉੱਥੇ ਹਦਾਇਤਾਂ ਦਿੱਤੀਆਂ ਜਾਣ। ਸਰਕਾਰ ਇਸ ਗੱਲ ਨੂੰ ਆਪਣੇ ਪੱਧਰ 'ਤੇ ਫੌਰੀ ਤੌਰ 'ਤੇ ਹੱਲ ਕਰੇ। ਤੇ ਮੋਇਸਚਰ ਮੀਟਰ ਵੀ ਬਹੁਤੀ ਜਗ੍ਹਾ 'ਤੇ ਉਪਲਬਧ ਨਹੀਂ ਹੈਗੇ, ਨਾ ਹੀ ਕਿਤੇ ਟੈਸਟ ਪੇਮੈਂਟ ਦਾ ਤਸਦੀਕੀ ਤੁਲਾਈ ਦਾ ਪ੍ਰਬੰਧ ਹੈ ਜਿੱਥੇ ਕਿਸਾਨ ਆਪਣੀ ਜਿਣਸ ਦੀ ਤੁਲਾਈ ਕਰਾ ਸਕੇ ਕਿ ਕੀ ਇਹਦੀ ਤੁਲਾਈ ਠੀਕ ਹੋ ਰਹੀ ਆ। ਕਿਉਂਕਿ ਕਿਸਾਨ ਦਾ ਅਧਿਕਾਰ ਹੈ, ਐਗਰੀਕਲਚਰ ਪ੍ਰੋਡਿਊਸ ਮਾਰਕੀਟ ਸੈਕਟ ਜਿਹੜਾ ਪੰਜਾਬ ਦਾ ਹੈਗਾ, ਉਹ 10% ਦੀ ਤੁਲਾਈ ਜਿਹੜੀ ਆਪਣੀ ਤਸਦੀਕੀ ਤੁਲਾਈ ਆਪਣੀ ਮਰਜ਼ੀ ਨਾਲ ਕਰ ਸਕਦਾ ਹੈ। ਮਾਰਕੀਟ ਕਮੇਟੀਆਂ ਨੇ ਜਿਹੜਾ ਕਰਨਾ ਹੁੰਦਾ ਹੈ। ਮੈਂ ਮੰਡੀ ਬੋਰਡ ਦੇ ਸੈਕਟਰੀ ਮੰਡੀ ਬੋਰਡ ਨੂੰ ਬੇਨਤੀ ਕਰੂੰਗਾ ਕਿ ਉਹ ਆਪਣੇ ਸਾਰੇ ਅਮਲੇ ਫੈਲੇ ਨੂੰ ਇੱਕ ਮੈਸੇਜ ਭੇਜਣ ਕਿ ਤਸਦੀਕੀ ਤੁਲਾਈ ਰਜਿਸਟਰ ਜਿਹੜਾ ਆ ਉਹ ਮੁੰਡਿਆਂ ਦੇ ਕਸ਼ ਵਿੱਚ ਚਾਹੀਦਾ ਆ, ਔਰ 10% ਦੀ ਜ਼ਰੂਰ ਤੁਲਾਈ ਚੈੱਕ ਕਰਿਆ ਕਰਨ ਰੋਜ਼, ਨਹੀਂ ਤਾਂ ਅਸੀਂ ਕੋਈ ਨਾ ਕੋਈ ਐਕਸ਼ਨ ਕਰਾਂਗੇ। ਚੇਅਰਮੈਨ ਨੂੰ ਮੈਂ ਤਾਂ ਨਹੀਂ ਕਹਿਣਾ ਚਾਹੁੰਦਾ ਕਿਉਂਕਿ ਚੇਅਰਮੈਨ ਤੇ ਸਾਰੇ ਮੰਤਰੀ ਤੇ ਇਹ ਕਿਸੇ ਹੋਰ ਪਾਸੇ ਲੱਗੇ ਹੋਏ ਆ, ਪੰਜਾਬ ਨੂੰ ਡੋਬਣ ਤੇ ਲੱਗੇ ਹੋਏ ਆ। ਮੈਂ ਸਰਕਾਰ ਨੂੰ ਚੇਤਾਵਨੀ ਦੇਣੀ ਚਾਹੁੰਦਾ ਆ ਕਿ ਕਿਸਾਨਾਂ ਨੂੰ ਜਿੱਥੇ ਵੀ ਨੁਕਸਾਨ ਹੋਇਆ ਆ, ਕਿਸਾਨਾਂ ਦਾ ਫਸਲ ਦਾ ਜਿੱਥੇ ਵੀ ਨੁਕਸਾਨ ਹੋਇਆ ਆ, ਉਹ ਫੌਰੀ ਤੌਰ 'ਤੇ ਰਾਹਤ ਦੇਣ। ਇਹ ਝੋਨੇ ਦੇ ਨਾਲ ਪਹਿਲਾਂ ਜਿਹੜੀ ਨਰਮੇ ਦਾ ਨੁਕਸਾਨ ਹੋਇਆ, ਕਾਟਨ ਦਾ ਨੁਕਸਾਨ ਹੋਇਆ, ਗੁਲਾਬੀ ਸੁੰਡੀ ਦੀ ਮਾਰ ਵੱਜੀ ਹੈ, ਉਹਦੇ ਨਾਲ ਜੋ ਸਰਕਾਰ ਦੀ ਕਾਰਗੁਜ਼ਾਰੀ ਰਹੀ ਆ, ਅਤੀ ਨਿੰਦਣਯੋਗ ਕਾਰਗੁਜ਼ਾਰੀ ਹੈ। ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਪੰਜਾਬ ਆ ਕੇ ਕਿਸਾਨਾਂ ਨਾਲ ਫੋਟੋਆਂ ਦਾ ਖਿਚਾ ਗਏ, ਨਰਮਾ ਦਿਖਾ ਗਏ ਕਿ ਕਿਸ ਤਰ੍ਹਾਂ ਸੁੰਡੀ ਨੇ ਖਾਧਾ ਹੋਇਆ, ਡਰਾਮਾ ਪੂਰਾ ਫੋਟੋ ਸ਼ਾਟਰਾਂ ਨੇ ਪੂਰਾ ਕਰ ਲਿਆ, ਪਰ ਇੱਕ ਵੀ ਕਿਸਾਨ ਨੂੰ ਅਜੇ ਤੱਕ ਮੁਆਵਜ਼ਾ ਨਹੀਂ ਮਿਲਿਆ। ਔਰ ਜਿਹੜੇ ਕਿਸਾਨਾਂ ਦੀਆਂ ਫੋਟੋਆਂ ਅਖਬਾਰਾਂ ਵਿੱਚ ਆਈਆਂ ਜਾਂ ਇੱਕ ਕਿਸਾਨ ਦੀ ਬੱਸਾਂ ਪਿੱਛੇ ਵੀ ਫੋਟੋ ਜਿਸ ਤਰ੍ਹਾਂ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਲੱਗੀ ਹੋਈ ਸੀ, ਉਹਦਾ 2.5 ਲੱਖ ਕਰਜ਼ਾ ਨਹੀਂ ਸੀ ਮਾਫ ਹੋਇਆ, ਅਜੇ ਤੱਕ ਵੀ ਨਹੀਂ ਹੋਇਆ। ਇਸੇ ਤਰ੍ਹਾਂ ਹੀ ਜਿਹੜੇ ਕਿਸਾਨ ਦੀ ਫੋਟੋ ਚਰਨਜੀਤ ਸਿੰਘ ਚੰਨੀ ਮੌਜੂਦਾ ਮੁੱਖ ਮੰਤਰੀ ਦੇ ਨਾਲ ਆਈ ਹੈ, ਜਿਨ੍ਹਾਂ ਨੂੰ ਜੱਫੀ ਪਾ ਕੇ ਮਿਲੇ ਸੀਗੇ, ਉਸ ਨੂੰ ਵੀ ਅਜੇ ਤੱਕ ਮੁਆਵਜ਼ਾ ਨਹੀਂ ਮਿਲਿਆ। ਸੋ ਅਸੀਂ ਇਹ ਜ਼ੋਰਦਾਰ ਮੰਗ ਕਰਦੇ ਹਾਂ ਕਿ 75,000 ਦਾ ਪ੍ਰਤੀ ਏਕੜ ਦਾ ਮੁਆਵਜ਼ਾ ਜਿਹੜਾ ਆ ਹਰ ਕਿਸਾਨ ਨੂੰ ਦਿੱਤਾ ਜਾਵੇ ਤੇ ਉਹਦੇ ਢੁਕਵਾਂ ਬੇਜ਼ਮੀਨੇ ਕਿਸਾਨ ਨੂੰ, ਮਜ਼ਦੂਰ ਨੂੰ ਵੀ 40,000 ਦੇ ਹਿਸਾਬ ਨਾਲ ਮੁਆਵਜ਼ਾ ਦਿੱਤਾ ਜਾਵੇ। ਇਸੇ ਤਰ੍ਹਾਂ ਹੀ ਝੋਨੇ ਦੀ ਗਿਰਦਾਵਰੀ ਜਿਹੜੀ ਆ ਜਿੱਥੇ ਵੀ ਨੁਕਸਾਨ ਹੋਇਆ, ਫੌਰੀ ਤੌਰ 'ਤੇ ਇਹ ਇੱਕ ਐਮਰਜੈਂਸੀ ਹੈ। ਕਿਸਾਨ ਨੇ ਅਗਲੀ ਫਸਲ ਬੀਜਣੀ ਆ, 15 ਦਸੰਬਰ ਤੱਕ ਦਾ ਪੀਰੀਅਡ ਕਣਕ 15 ਨਵੰਬਰ ਤੱਕ ਦਾ ਕਣਕ ਦੀ ਬਿਜਾਈ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਕਹਿੰਦੀ ਹੈ ਬਿਹਤਰ ਪੀਰੀਅਡ ਹੁੰਦਾ ਆ, ਭਾਵੇਂ ਪਿਛੇਤੀ ਬਿਜਾਈ ਇਹ ਤੋਂ ਬਾਅਦ ਵੀ ਹੁੰਦੀ ਹੈ। ਸੋ ਜੇ ਕਿਸਾਨ ਦੇ ਘਰ 'ਚ ਕੋਈ 4 ਪੈਸੇ ਆਉਣਗੇ ਤਾਂ ਹੀ ਉਹ ਅਗਲੀ ਜਿਹੜੀ ਬਿਜਾਈ ਦੇ ਪ੍ਰਬੰਧ ਕਰੂਗਾ ਜਾਂ ਹੋਰ ਲੋਨ ਛੋਨ ਲੈਣੇ ਆ ਤਾਂ ਹੀ ਉਹ ਲੈ ਸਕੂਗਾ। ਸੋ ਛੇਤੀ ਤੋਂ ਛੇਤੀ ਚੰਦ ਦਿਨਾਂ ਦੇ ਵਿੱਚ ਗਿਰਦਾਵਰੀ ਮੁਕੰਮਲ ਕਰਕੇ ਜਿੱਥੇ ਖੇਤਾਂ ਵਿੱਚ ਜਾਂ ਮੰਡੀਆਂ ਵਿੱਚ ਨੁਕਸਾਨ ਕਿਸਾਨਾਂ ਦਾ ਹੋਇਆ ਉਹਦੀ ਪੂਰੀ ਭਰਵਾਈ ਕੀਤੀ ਜਾਵੇ। ਇੱਦਾਂ ਨਹੀਂ ਹੈ ਕੋਈ ਕਿਸੇ 10,000 ਦੇ ਦਿੱਤਾ, ਕਿਤੇ 5,000 ਦੇ ਦਿੱਤਾ ਤੇ ਕਿਤੇ 50 ਰੁਪਏ ਦਾ ਚੈੱਕ ਜਾ ਰਿਹਾ। ਪੂਰਾ ਜੋ ਉਹਦਾ 100% ਕਿਸਾਨ ਨੂੰ ਕੰਪਨਸੇਟ ਜਿਹੜਾ ਆ ਇਹ ਝੋਨੇ ਦੇ ਨੁਕਸਾਨ ਦੇ ਵਿੱਚ ਕੀਤਾ ਜਾਵੇ। ਸਰ, ਅੱਜ ਜਿਹੜੀ ਪ੍ਰੈਸ ਕਾਨਫਰੰਸ ਤੁਸੀਂ ਕੀਤੀ, ਇਸ ਦੇ ਵਿੱਚ ਤੁਸੀਂ ਬਹੁਤ ਸਾਰੇ ਦਾਅਵੇ ਕੀਤੇ ਔਰ ਬਹੁਤ ਸਾਰੇ ਜਿਹੜੇ ਦੋਸ਼ ਲਗਾਏ ਆ, ਉਹਨਾਂ ਦੇ ਵਿੱਚ ਅਗਰ ਪੰਜਾਬ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਦੀ ਹੈ ਕਿ ਕਿਹੜੇ ਮੇਨ ਉਹ ਚੀਜ਼ਾਂ ਹੋਣਗੀਆਂ ਜਿਹਦੇ ਨਾਲ ਆਮ ਜਨਤਾ ਨੂੰ ਫਾਇਦਾ ਹੋਏਗਾ? ਅਸੀਂ ਨਾ ਹਰ ਪਾਸੇ ਆਮ ਆਦਮੀ ਪਾਰਟੀ ਜਿਹੜੀ ਆ ਉਹ ਸਿਸਟਮ ਨੂੰ ਸੁਧਾਰ ਕਰਨ ਦਾ ਯਕੀਨ ਰੱਖਦੀ ਹੈ। ਸਿਸਟਮ ਦੇ ਵਿੱਚ ਸੁਧਾਰ ਕੀਤਾ ਜਾਵੇ। ਜਿਹੜੇ ਇੰਟੈਲੀਜੈਂਟ ਬੰਦੇ ਨੇ, ਇੰਟੈਲੀਜੈਂਟ ਆਫੀਸਰ ਨੇ, ਇੰਟੈਲੀਜੈਂਟ ਪੋਲੀਟੀਸ਼ੀਅਨ ਨੇ, ਸਾਫ ਸੁਥਰੇ ਨੇ, ਉਹ ਮੂਹਰੇ ਲਿਆਂਦੇ ਜਾਣ।
ਤੇ ਸਾਡੀ ਜਿਹੜੀ ਪ੍ਰਾਇੋਰਟੀ ਹੋਏਗੀ ਇਨ ਜਨਰਲ, ਜੇ ਤੁਸੀਂ ਪੁੱਛਦੇ ਆ, ਸਾਡੀ ਪ੍ਰਾਇੋਰਟੀ ਹੋਏਗੀ ਸਿੱਖਿਆ, ਸਿਹਤ ਸਹੂਲਤਾਂ ਤੇ ਰੁਜ਼ਗਾਰ, ਔਰ ਉਸ ਦੇ ਨਾਲ ਬਾਕੀ ਚੀਜ਼ਾਂ ਜਿਹੜੀਆਂ ਅਸੀਂ ਪਿਛਲੀ ਵਾਰੀ ਵੀ ਦੱਸੀਆਂ ਸੀਗੀਆਂ ਕਿ ਮਾਫੀਆ ਰਾਜ ਬੰਦ ਹੋਏਗਾ, ਕਿਉਂਕਿ ਖਜ਼ਾਨੇ 'ਚ ਪੈਸਾ ਆ ਸਕੇ। ਜੋ ਉਸ ਖਜ਼ਾਨੇ 'ਚ ਪੈਸਾ ਆਉਣਾ ਉਹ ਮਾਫੀਆ ਰਾਜ ਜਿਹੜਾ ਆ ਉਹਦੇ ਰਾਹੀਂ ਜਿਹੜਾ ਲੋਕਾਂ ਦੀਆਂ ਨਿੱਜੀ ਜੇਬਾਂ 'ਚ ਚਲੇ ਜਾਂਦਾ, ਮੰਤਰੀਆਂ ਦੇ ਨਿੱਜੀ ਜੇਬਾਂ 'ਚ। ਇਹ ਪਿਛਲੇ ਜਦੋਂ ਪਹਿਲਾਂ 10 ਸਾਲ ਸ਼੍ਰੋਮਣੀ ਅਕਾਲੀ ਦਲ ਭਾਜਪਾ ਦੀ ਸਰਕਾਰ ਰਹੀ ਹੈ, ਉਹਨਾਂ ਨੇ ਇਹ ਕੰਮ ਸਿਸਟਮ ਸ਼ੁਰੂ ਕੀਤਾ। ਪਹਿਲਾਂ ਰੈਗੂਲਰ ਕਰਪਸ਼ਨ ਹੁੰਦੀ ਸੀਗੀ, ਉਹਨਾਂ ਨੇ ਇੰਨੇ ਵੱਡੇ ਪੱਧਰ 'ਤੇ ਕੰਮ ਇਹ ਸ਼ੁਰੂ ਕਰ ਲਿਆ ਕਿ ਤਰ੍ਹਾਂ ਤਰ੍ਹਾਂ ਦੇ ਮਾਫੀਆ ਬਣ ਗਏ, ਟਰਾਂਸਪੋਰਟ ਮਾਫੀਆ, ਕੇਬਲ ਮਾਫੀਆ, ਸ਼ਰਾਬ ਮਾਫੀਆ। ਔਰ ਅਨਫੋਰਚੂਨੇਟਲੀ ਸਾਨੂੰ ਕਾਂਗਰਸ ਪਾਰਟੀ ਤੋਂ ਇਹ ਆਸ ਨਹੀਂ ਸੀ ਕਿ ਉਹ ਸਾਰਾ ਹੀ ਮਾਫੀਆ ਸਿਸਟਮ ਜਿਹੜਾ ਉਹਨੂੰ ਅਡਾਪਟ ਕਰ ਲਏਗੀ, ਕਿਉਂਕਿ ਉਹਨਾਂ ਨੇ ਸੌਹਾਂ ਖਾਧੀਆਂ ਸੀਗੀਆਂ ਕੈਪਟਨ ਅਮਰਿੰਦਰ ਸਿੰਘ ਉਹਨਾਂ ਨੇ, ਤੇ ਇਹਨਾਂ ਦੀ ਸਾਰੀ ਕੈਬਨਿਟ ਨੇ, ਸੁਖਜਿੰਦਰ ਸਿੰਘ ਰੰਧਾਵਾ ਡਿਪਟੀ ਮੁੱਖ ਮੰਤਰੀ ਵੀ ਨਾਲ ਸੀਗੇ, ਚੰਨੀ ਸਾਹਿਬ ਵੀ ਇਸੇ ਕੈਬਨਿਟ 'ਚ ਰਹੇ ਆ। ਤੇ ਪਰ ਇਹਨਾਂ ਨੇ ਅਨਫੋਰਚੂਨੇਟਲੀ ਉਹ ਸਾਰਾ ਹੀ ਮਾਫੀਆ ਐਜ਼ ਸੱਚ ਅਡਾਪਟ ਕਰਨ ਲੱਗ ਗਿਆ, ਅਡਾਪਟ ਕਰ ਲਿਆ। 75-25 ਦੀ ਰੇਸ਼ੋ 'ਚ ਪੈਸੇ ਵੰਡੇ ਜਾਣ ਲੱਗੇ। ਸੋ ਅਸੀਂ ਉਹ ਮਾਫੀਆ ਰਾਜ ਨੂੰ ਬੰਦ ਕਰਾਂਗੇ, ਬੱਚਿਆਂ ਨੂੰ ਰੁਜ਼ਗਾਰ ਦਿਆਂਗੇ, ਔਰ ਉਹ ਜਿਹੜਾ ਪੈਸਾ ਆ ਉਹ ਖਜ਼ਾਨੇ 'ਚ ਆਏਗਾ। ਤੁਸੀਂ ਦੇਖੋ ਵੀ ਜੇ ਕਿਸੇ ਗੁਲਾਮੀ ਦੀਆਂ ਜੰਜੀਰਾਂ ਨੂੰ ਖਦੇੜਨਾ ਆ ਤਾਂ ਸਿੱਖਿਆ ਤੋਂ ਬਿਨਾਂ ਨਹੀਂ ਖਦੇੜਿਆ ਜਾ ਸਕਦਾ। ਸਾਨੂੰ ਸਿਆਸੀ ਆਜ਼ਾਦੀ ਮਿਲੀ ਆ 1947 ਦੇ ਵਿੱਚ, ਪਰ ਜਿਹੜੇ ਮੌਜੂਦਾ ਹਾਕਮ ਹੈਗੇ ਆ, ਵੱਡੀਆਂ ਪਾਰਟੀਆਂ ਹੈਗੀਆਂ, ਇਹਨਾਂ ਨੇ ਵਾਰੀਆਂ ਬੰਨ੍ਹ ਕੇ ਪੰਜਾਬ ਨੂੰ ਤੇ ਸਾਰੇ ਦੇਸ਼ ਨੂੰ, ਮੁਲਕ ਨੂੰ ਲੁੱਟਿਆ ਆ, ਪਰ ਇਹਨਾਂ ਨੇ ਸਿੱਖਿਆ ਸਹੂਲਤਾਂ ਨੂੰ ਘਟਾਇਆ ਆ, ਸਿੱਖਿਆ ਵੱਲ ਬਹੁਤਾ ਧਿਆਨ ਨਹੀਂ ਦਿੱਤਾ। ਜੇ ਤੁਸੀਂ ਸਿੱਖਿਆ ਨਹੀਂ ਘਰ ਘਰ ਪਹੁੰਚਾਉਂਦੇ ਤਾਂ ਇਹਦਾ ਮਤਲਬ ਆਜ਼ਾਦੀ ਦਾ ਕੋਈ ਮਤਲਬ ਨਹੀਂ ਹੈ। ਸੋ ਅਸੀਂ ਬੱਚਿਆਂ ਨੂੰ ਸਿੱਖਿਆ ਦੇਵਾਂਗੇ, ਪ੍ਰਾਇਮਰੀ ਸੈਕੰਡਰੀ ਤੱਕ ਫ੍ਰੀ ਸਿੱਖਿਆ, ਮਿਆਰੀ ਸਿੱਖਿਆ, ਕੁਆਲਿਟੀ ਸਿੱਖਿਆ। ਬਹੁਤੇ ਮਹਿੰਗੇ ਸਕੂਲਾਂ 'ਚ ਆਮ ਘਰਾਂ ਦੇ ਬੱਚਿਆਂ ਨੂੰ ਨਹੀਂ ਜਾਣਾ ਪਏਗਾ। ਜਿਹੜੇ ਸਕੂਲ ਆ ਬੈਟਰ ਕੰਪੀਟੀਸ਼ਨ 'ਚ ਆਉਣਗੇ, ਉਹਦੇ ਨਾਲ ਹੀ ਸਿਹਤ ਸਹੂਲਤਾਂ ਘਰ ਘਰ ਅਸੀਂ, ਜਿੱਦਾਂ ਕੇਜਰੀਵਾਲ ਸਾਹਿਬ ਨੇ ਦੂਜੀ ਗਰੰਟੀ ਦੇ ਵਿੱਚ ਅਨਾਊਂਸ ਕੀਤਾ ਆ ਕਿ ਅਸੀਂ ਡਿਸਪੈਂਸਰੀਆਂ 1600 ਡਿਸਪੈਂਸਰੀਆਂ ਪੰਜਾਬ ਦੇ ਵਿੱਚ ਖੋਲ੍ਹਾਂਗੇ। ਸਧਾਰਨ ਬਿਮਾਰੀ ਦੇ ਕੇਸ ਵਿੱਚ ਕਿਸੇ ਨੂੰ ਵੀ ਬਹੁਤੀ ਦੂਰ ਨਹੀਂ ਜਾਣਾ ਪਏਗਾ, ਵਾਰਡ ਲੈਵਲ ਤੱਕ, ਪਿੰਡ ਲੈਵਲ ਤੱਕ ਉੱਥੇ ਇਲਾਜ ਹੋਇਆ ਕਰਨਗੇ। ਹਰ ਤਰ੍ਹਾਂ ਦੇ ਮਹਿੰਗੇ ਟੈਸਟ, ਮਹਿੰਗੇ ਇਲਾਜ, ਮਹਿੰਗੇ ਆਪਰੇਸ਼ਨ, ਵੱਡੇ ਤੋਂ ਵੱਡੇ ਆਪਰੇਸ਼ਨ ਵੀ ਫ੍ਰੀ ਹੋਣਗੇ। ਸੋ ਇਹ ਅਸੀਂ ਦਾਅਵਾ ਕਰਦੇ ਹਾਂ ਕਿ ਇਕੱਲਾ ਇਹ ਅਸੀਂ ਇਹੀ ਨਹੀਂ ਹੈ, ਅਰਵਿੰਦ ਕੇਜਰੀਵਾਲ ਸਾਹਿਬ ਖੁਦ ਆ ਕੇ ਗਰੰਟੀ ਦੇ ਕੇ ਗਏ ਨੇ, ਸਾਡੇ ਨੈਸ਼ਨਲ ਸੁਪਰੀਮੋ ਨੇ। ਸੋ ਅਸੀਂ ਪੰਜਾਬ ਨੂੰ ਮੁੜ ਪੰਜਾਬ ਬਣਾਵਾਂਗੇ, ਨਵੀਆਂ ਲੀਹਾਂ 'ਤੇ ਲਿਆਵਾਂਗੇ, ਔਰ ਅਸਲੀ ਵਿਕਾਸ ਕਰਾਂਗੇ। ਜਿਹੜਾ ਇਹਨਾਂ ਦੀ ਪਖੰਡਬਾਜ਼ੀ ਆ ਕਿ ਆਪਣਾ ਵਿਕਾਸ ਤੇ ਪੰਜਾਬ ਦਾ ਵਿਨਾਸ਼, ਕਈ ਜਾਣਾ ਕਿ ਅਸੀਂ ਸੜਕਾਂ ਬਣਾਤੀਆਂ ਕੇਂਦਰ ਦੇ ਪੈਸੇ ਨਾਲ, ਜਿਹੜੀਆਂ ਥੋੜ੍ਹੀਆਂ ਬਹੁਤ ਬਣਾਉਂਦੇ ਆ, ਤੇ ਉਹ ਨਹੀਂ ਵਿਕਾਸ ਦੱਸਦੇ। ਅਸੀਂ ਰੀਅਲ ਹਿਊਮੈਨਿਟੀ ਦਾ ਵਿਕਾਸ ਕਰਾਂਗੇ, ਕਰਪਸ਼ਨ ਰੋਕਾਂਗੇ ਤੇ ਸਿੱਖਿਆ ਦਾ ਪ੍ਰਸਾਰ ਕਰਾਂਗੇ। ਜਿਹੜੀ ਵੀ ਸਰਕਾਰ ਇਸ ਟਾਈਮ ਆ ਰਹੀ ਆ ਉਹ ਇਹ ਆਫਰ ਕਰਦੇ ਜਾ ਰਹੇ ਕਿ ਜੀ ਅਸੀਂ ਆਹ ਚੀਜ਼ ਫ੍ਰੀ ਦੇਵਾਂਗੇ, ਅਸੀਂ ਆਹ ਫ੍ਰੀ ਦੇਵਾਂਗੇ, ਤੇ ਜੇ ਹਰ ਚੀਜ਼ ਫ੍ਰੀ ਦਿੱਤੀ ਜਾਊਗੀ ਤੇ ਸਰਕਾਰਾਂ ਇਹ ਕਰਜ਼ਾ ਉਤਾਰ ਪਾਉਣ ਦੀ ਪੋਜੀਸ਼ਨ 'ਚ ਕਦੇ ਹੋ ਪਾਉਣਗੀਆਂ? ਬਹੁਤ ਇੰਪੋਰਟੈਂਟ ਸਵਾਲ ਹੈਗਾ ਆ। ਜੇ ਤਾਂ ਇਹੀ ਸ਼੍ਰੋਮਣੀ ਅਕਾਲੀ ਦਲ ਭਾਜਪਾ ਗੱਠਜੋੜ ਆ ਗਿਆ ਜੀ, ਹੁਣ ਅਕਾਲੀ ਦਲ ਤੇ ਹੋਰ ਕੋਈ ਗੱਠਜੋੜ ਆ ਗਿਆ, ਕਾਂਗਰਸ ਪਾਰਟੀ ਆ ਗਈ, ਫਿਰ ਤਾਂ ਇਹ ਆਰਥਿਕ ਸੰਕਟ ਡੂੰਘਾ ਹੀ ਹੁੰਦਾ ਜਾਣਾ ਆ। ਮੈਂ ਇੱਕ ਲਾਈਨ ਦਾ, ਭਾਵੇਂ ਤੁਸੀਂ ਉਹ ਸਵਾਲ ਨਹੀਂ ਪੁੱਛਿਆ, ਉਹ ਜ਼ਰੂਰ ਦੱਸਣਾ ਚਾਹੁੰਦਾ ਆ। ਕੈਪਟਨ ਅਮਰਿੰਦਰ ਸਿੰਘ ਸਰਕਾਰ ਨੇ ਜਿਹੜਾ ਹੁਣ ਅੱਖਾਂ ਪੂੰਝਣ ਵਾਲੀ ਗੱਲ ਕੀਤੀ ਆ ਨਾ, ਇਹਨਾਂ ਨੇ 90,000 ਕਰੋੜ ਕਿਸਾਨਾਂ ਦਾ ਮਾਫ ਕਰਨ ਦੀ ਗੱਲ ਕੀਤੀ ਸੀਗੀ, ਇਹਨਾਂ ਨੇ 4400 ਕਰੋੜ ਜਿਹੜਾ ਆ ਉਹ ਮੁਆਫ ਕੀਤਾ। ਉਹ ਪਤਾ ਕਿੱਥੋਂ ਕੀਤਾ? ਇਹਨਾਂ ਨੇ 9000 ਕਰੋੜ ਕਰਜ਼ਾ ਲੈ ਲਿਆ। 9000 ਕਰੋੜ ਕਰਜ਼ਾ ਲੈ ਕੇ 4400 ਕਰੋੜ ਮਾਫ ਕੀਤਾ, 5000 ਕਰੋੜ ਪਤਾ ਨਹੀਂ ਕਿੱਥੇ ਗਿਆ। ਔਰ ਉਹ ਕਰਜ਼ਾ ਲਿਆ ਮੰਡੀ ਬੋਰਡ ਦੀ ਆਉਣ ਵਾਲੀ ਇਨਕਮ ਤੇ। ਸੋ ਕਰਜ਼ਾ ਹੋਰ ਵੱਧ ਗਿਆ ਸਰਕਾਰ ਸਿਰ। ਬਿਲਕੁਲ ਤੁਹਾਡੀ ਗੱਲ ਸਹੀ ਹੈ, ਅਸੀਂ ਇਹ ਕੰਮ ਨਹੀਂ ਕਰਾਂਗੇ। ਅਸੀਂ ਜਿਹੜੀ ਫ੍ਰੀ ਬਾਈਜ਼ ਦੀ ਗੱਲ ਕਰਦੇ ਹਾਂ, ਉਹਦਾ ਰੀਜ਼ਨ ਹੈ ਪੰਜਾਬ ਦੇ ਵਿੱਚ ਬਿਜਲੀ ਸਾਰੇ ਇੰਡੀਆ ਨਾਲੋਂ ਮਹਿੰਗੀ ਆ, ਜਦ ਕਿ ਖੁਦ ਅਸੀਂ ਬਿਜਲੀ ਪ੍ਰੋਡਿਊਸ ਕਰਦੇ ਹਾਂ। ਤੁਰੰਤ ਰਾਹਤ ਚਾਹੀਦੀ ਆ ਕੰਜ਼ਿਊਮਰ ਨੂੰ। ਇਹਨਾਂ ਨੇ ਹਰ ਇੱਕ ਵਰਗ ਨੂੰ ਚੰਗੀ ਤਰ੍ਹਾਂ ਦਰੜਿਆ ਪਿਆ ਆ ਇਹਨਾਂ ਸਰਕਾਰਾਂ ਨੇ। ਇਹਨਾਂ ਨੂੰ ਕੀ ਆ, ਇਹਨਾਂ ਦੇ ਘਰ ਭਰੀ ਜਾਂਦੇ ਆ। ਪੰਜਾਬ ਸਰ ਪਹਿਲਾਂ 2 ਲੱਖ ਕਰੋੜ ਸੀਗਾ ਕਰਜ਼ਾ, ਹੁਣ 3 ਲੱਖ ਕਰੋੜ ਹੋ ਗਿਆ, ਵਧੀ ਜਾਊਗਾ। ਇਹ ਤਾਂ ਆਪਣੀ ਲੁੱਟਦੇ ਪੰਜਾਬ ਨੂੰ ਆ। ਜ਼ਮੀਨਾਂ ਆਪਣੀਆਂ ਹਰਿਆਣੇ 'ਚ ਜਾਂ ਬਾਹਰਲੇ ਸੂਬਿਆਂ 'ਚ ਜਾਂ ਬਾਹਰਲੇ ਦੇਸ਼ਾਂ ਵਿੱਚ ਇਹ ਖਰੀਦਦੇ ਆ। ਸਵਿਸ ਬੈਂਕ ਜਿਹੜੀ ਆ ਉਹਨੂੰ ਭਰੀ ਜਾ ਰਹੇ ਆ। ਸੋ ਇਹਨਾਂ ਨੂੰ ਕੋਈ ਨਹੀਂ ਇਸ ਗੱਲ ਨਾਲ। ਪਰ ਆਮ ਆਦਮੀ ਪਾਰਟੀ ਜਿਹੜੀ ਆ ਉਹ ਰਾਸ਼ਟਰਵਾਦੀ ਪਾਰਟੀ ਹੈ। ਅਸੀਂ ਪੰਜਾਬ ਨੂੰ ਕਰਜ਼ ਮੁਕਤ ਕਰਨਾ ਆ। ਇਹ ਤੁਰੰਤ ਰਾਹਤ ਦੇਣ ਦੀਆਂ ਜਿਹੜੀਆਂ ਅਸੀਂ ਗੱਲਾਂ ਕਰਦੇ ਹਾਂ, ਉਸ ਤੋਂ ਬਾਅਦ ਅਲਟੀਮੇਟਲੀ ਅਸੀਂ ਬਿਜਲੀ ਸਸਤੀ ਕਰਨੀ ਹੈ, ਬੱਚਿਆਂ ਨੂੰ ਰੁਜ਼ਗਾਰ ਦੇਣਾ ਆ। ਜਿਹੜਾ ਬੱਚਾ ਉਹਨਾਂ ਘਰਾਂ 'ਚੋਂ IAS IPS ਬੱਚੇ, PCS ਬੱਚੇ ਬਣ ਗਏ, ਦਲਿਤਾਂ ਦੇ ਘਰਾਂ 'ਚੋਂ, ਗਰੀਬ ਕਿਸਾਨਾਂ ਦੇ ਘਰਾਂ 'ਚੋਂ, ਪਿੰਡਾਂ 'ਚੋਂ ਆ ਕੇ ਬੱਚੇ ਇਸ ਤਰ੍ਹਾਂ ਦੇ ਅਫਸਰ ਬਣ ਗਏ। ਅਸੀਂ ਸਿੱਖਿਆ ਦਾ ਮਿਆਰ ਇਸ ਤਰ੍ਹਾਂ ਦਾ ਕਰਨਾ ਆ। ਹੌਲੀ ਹੌਲੀ ਉਹ ਘਰ ਆਪੇ ਹੀ ਆ ਜਿਹੜੀ ਫ੍ਰੀ ਬਾਈਜ਼ ਹੈ ਇਹਨਾਂ ਨੂੰ ਛੱਡ ਜਾਣਗੇ, ਜਿਹੜੇ ਗਰੀਬੀ ਦੀ ਰੇਖਾ ਤੋਂ ਉੱਪਰ ਚਲੇ ਗਏ ਜਾਂ ਇਸ ਝੰਜਟ ਤੋਂ ਉੱਪਰ ਚਲੇ ਗਏ।